ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਲੰਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤੇ ਸੁਣਿਆ ਲੱਗਦੀ ਫੀਸ ਕੋਈ ਨਾ। ਜਦ ਮੈਂ ਵੇਖਿਆ ਸਕੂਲ ਦੇ ਅੰਦਰ ਜਾ ਕੇ ਪੜ੍ਹਨ ਵਾਲਿਆਂ ਦੀਆਂ ਧੜਾਂ ਤੇ ਸੀਸ ਕੋਈ ਨਾ। ਕਲੰਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਨਾ ਜਵਾਬ ਕੋਈ ਤੇ ਨਾ ਹਿਸਾਬ ਕੋਈ। ਜਿਹੜਾ ਬੂਟਾ ਸਿੱਖੀ ਦਾ ਜਗਤ ਵਿੱਚ ਲਾਗਿਓ ਤੂੰ ਉਸ ਜਿਹਾ ਨਾ ਹੋਰ ਗੁਲਾਬ ਕੋਈ। ਜਿਹੜਾ ਬੂਟਾ ਸਿੱਖੀ ਦਾ ਜਗਤ ਵਿੱਚ ਲਾਗਿਓ ਤੂੰ ਉਸ ਜਿਹਾ ਨਾ ਹੋਰ ਗੁਲਾਬ ਕੋਈ। ਪਰਮ ਸਨਮਾਨਯੋਗ ਗੁਰਦੁਆਰੀ ਸਾਧ ਸੰਗਤ ਜੀ, ਗੁਰਬਖਸ਼ੀ ਫਤਿਹ ਪ੍ਰਵਾਨ ਕਰਿਓ। ਕੋਈ ਰਸਨਾ ਵਾਂਝੀ ਨਾ ਰਵੇ। ਇੱਕੋ ਵਾਰ ਕਹਿਣ ਤੇ ਗੱਜ ਕੇ ਬੁਲਾਇਓ ਫਤਿਹ। ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਜੀ ਕੱਲ ਸਰਵਣ ਕਰ ਰਹੇ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਦੇ ਉੱਪਰ ਖੜੇ ਨੇ। ਪਹਿਲਾਂ 8 ਸਿੰਘਾਂ ਦਾ ਇੱਕ ਜਥਾ ਤੋਰਿਆ ਹੈ। ਬਹੁਤ ਲੰਮਾ ਸਮਾਂ ਦੁਸ਼ਮਣ ਨਾਲ ਜੂਝ ਕੇ ਇੱਕ ਇੱਕ ਕਰਕੇ ਉਹ 8 ਸਿੰਘ ਸ਼ਹੀਦ ਹੋ ਗਏ। ਫਿਰ ਪਾਤਸ਼ਾਹ ਨੇ
ਦੂਸਰੇ ਜਥੇ ਨੂੰ ਥਾਪੜਾ ਦੇ ਕੇ ਤੋਰਿਆ। ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ ਬਹੁਤ ਸਮਾਂ ਜੂਝ ਕੇ ਇੱਕ ਇੱਕ ਕਰਕੇ ਉਹ ਵੀ 8 ਸਿੰਘ ਸ਼ਹੀਦੀਆਂ ਪਾ ਗਏ। ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਵਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ। ਭਾਵੇਂ ਕਿ ਜਿੰਨੇ ਕੁ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਬਾਕੀ ਰਹਿੰਦੇ ਨੇ, ਉਹਨਾਂ ਸਭਨਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਜਾਵਾਂਗੇ, ਬਾਬੇ ਅਜੀਤ ਸਿੰਘ ਨੂੰ ਨਾ ਭੇਜਿਓ। ਪਰ ਫਿਰ ਵੀ ਪਾਤਸ਼ਾਹ ਨੇ ਆਖਿਆ ਇਹ ਆਪ ਆਇਆ ਹੈ, ਇਹਦੇ ਅੰਦਰ ਚਾਹ ਹੈ, ਇਹਨੂੰ ਜਾਣ ਦਿਓ। ਬਾਬਾ ਅਜੀਤ ਸਿੰਘ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਉੱਪਰ ਚੜ੍ਹ ਜਾਂਦੇ ਨੇ। ਕਾਫੀ ਦੂਰ ਤੱਕ ਲੜਦੇ ਲੜਦੇ ਬਾਬਾ ਅਜੀਤ ਸਿੰਘ ਅਤੇ ਉਹਨਾਂ ਦੇ ਨਾਲ ਦੇ 7 ਸਿੰਘ ਕਾਫੀ ਦੂਰ ਤੱਕ ਚਲੇ ਗਏ, ਦੁਸ਼ਮਣ ਦੇ ਵਿੱਚ ਜਾ ਵੜੇ। ਪਹਿਲਾਂ ਬਰਸ਼ਿਆਂ ਨਾਲ ਵਾਰ ਕਰਦੇ ਰਹੇ, ਬਰਸ਼ਾ ਟੁੱਟ ਗਿਆ। ਫਿਰ ਤਲਵਾਰ ਕੱਢ ਲਈ, ਤਲਵਾਰ ਨਾਲ ਵਾਰ ਕਰਦੇ ਰਹੇ। ਕਹਿੰਦੇ ਵਾਰ ਕਰਦਿਆਂ ਕਰਦਿਆਂ ਤਲਵਾਰ ਵੀ ਟੁੱਟ ਕੇ ਹੇਠਾਂ ਡਿੱਗ ਪਈ। ਤੇ ਜਿਹੜੇ ਦੁਸ਼ਮਣ ਦੇ ਵਿੱਚ ਫੌਜ ਦੇ ਜਰਨੈਲ ਸਨ ਨਾ, ਉਹਨਾਂ ਨੇ ਵੇਖ ਲਿਆ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵਰਗੇ ਹੀ ਬਾਬਾ ਅਜੀਤ ਸਿੰਘ ਜੀ ਦੇ ਨੈਣ ਨਕਸ਼ੇ ਨੇ, ਚਿਹਰਾ ਮਿਲਦਾ ਜੁਲਦਾ ਹੈ। ਉਹ ਚਾਹੁੰਦੇ ਸੀ ਕਿ ਅਸੀਂ ਸਰਕਾਰ ਤੋਂ ਇਨਾਮ ਲਵਾਂਗੇ ਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਨੂੰ ਅਸੀਂ ਮਾਰਿਆ ਹੈ। ਹਰ ਕੋਈ ਵਾਰ ਕਰਨਾ ਚਾਹੁੰਦਾ ਸੀ ਅੱਗੇ ਹੋ ਕੇ। ਸੋ ਕਿਸੇ ਨੇ ਪਿੱਠ ਤੋਂ ਵਾਰ ਕਰਿਆ, ਪਿੱਛੇ ਤੋਂ ਵਾਰ ਕਰਿਆ, ਤੇ ਉਸ ਵੇਲੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਘੋੜੇ ਤੋਂ ਹੇਠਾਂ ਉਤਰੇ ਤੇ ਸਾਰਿਆਂ ਨੇ ਬਾਬਾ ਅਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਤੀਰ ਛੱਡੇ। ਇਤਿਹਾਸ ਦੱਸਦਾ ਹੈ ਤਕਰੀਬਨ 400 ਤੋਂ ਵੱਧ ਫੱਟ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਸੀ। ਜਿਹੜੇ ਤੀਰ ਲੱਗੇ ਨਾ ਬਾਬਾ ਅਜੀਤ ਸਿੰਘ ਜੀ ਨੂੰ, ਕਹਿੰਦੇ 392 ਤੀਰ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਵਿੱਚ ਵੱਜੇ ਹੋਏ ਸੀ। 392 ਤੀਰ, 400 ਤੋਂ ਵੱਧ ਫੱਟ ਸਨ। ਕਿਉਂਕਿ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨਾ, ਤੇ ਦੁਸ਼ਮਣ ਤਾਂ ਵੀ ਉੱਤੇ ਵਾਰ ਕਰਦਾ ਰਿਹਾ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਹੈ, ਕਿਤੇ ਵਾਰ ਕਰਨ ਤੋਂ ਮੈਂ ਨਾ ਪਿੱਛੇ ਰਹਿ ਜਾਵਾਂ। ਇੱਕ ਦੂਜੇ ਤੋਂ ਵੱਧ ਕੇ ਵਾਰ ਕਰਦੇ ਸਨ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤੇ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਤੋਂ ਖੜ ਕੇ 5 ਜੈਕਾਰੇ ਛੱਡੇ ਨੇ, ਬੋਲੇ ਸੋ ਨਿਹਾਲ ਦੇ 5 ਜੈਕਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੈਕਾਰੇ ਛੱਡਦੇ ਹੋਏ ਚਮਕੌਰ ਦੀ ਗੜੀ ਤੋਂ ਹੇਠਾਂ ਉਤਰੇ ਆਉਂਦੇ ਨੇ
ਤੇ ਹੇਠਾਂ ਉਤਰਨ ਸਾਰ ਪਤਾ ਕੀ ਹੋਇਆ, ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਨਮੁਖ ਹੋ ਕੇ ਨਾ ਹੱਥ ਜੋੜ ਕੇ ਬੇਨਤੀ ਕਰਦੇ, ਪਿਤਾ ਜੀ ਤੁਸੀਂ ਸਾਡੇ 'ਚ ਕਦੇ ਵੀ ਵਿਤਕਰਾ ਨਹੀਂ ਕੀਤਾ, ਪਰ ਅੱਜ ਫਰਕ ਪਾ ਗਏ ਹੋ। ਮਹਾਰਾਜ ਕਹਿੰਦੇ ਉਹ ਕਿਵੇਂ ਵੀ ਜੁਝਾਰ ਸਿਆਂ, ਉਹ ਕਿਵੇਂ? ਬਾਬਾ ਜੁਝਾਰ ਸਿੰਘ ਕਹਿੰਦੇ, ਗੁਰੂ ਪਿਤਾ ਜੀ ਤੁਸੀਂ ਸਾਨੂੰ ਕੋਈ ਖਾਣ ਨੂੰ ਚੀਜ਼ ਲੈ ਕੇ ਦਿੰਦੇ ਸੀ, ਇਕੱਠੇ ਆਈ। ਜਿਹੜੀ ਚੀਜ਼ ਅਜੀਤ ਸਿੰਘ ਨੂੰ ਲੈ ਕੇ ਦਿੱਤੀ ਉਹ ਮੈਨੂੰ ਵੀ ਲੈ ਕੇ ਦਿੱਤੀ। ਜੇ ਕੱਪੜੇ ਲੈ ਕੇ ਦੇਣੇ ਇਕੱਠਿਆਂ ਨੂੰ, ਹਰੇਕ ਚੀਜ਼ ਇਕੱਠਿਆਂ ਨੂੰ ਲੈ ਕੇ ਦਿੰਦੇ ਸੀ, ਪਿਆਰ ਇਕੱਠਿਆਂ ਨੂੰ ਕਰਦੇ ਸੀ, ਇੱਕੋ ਜਿਹਾ ਪਿਆਰ ਕਰਦੇ ਸੀ। ਅੱਜ ਤੁਸੀਂ ਮੇਰੇ ਵੀਰੇ ਨੂੰ ਇਕੱਲੇ ਨੂੰ ਕਿਉਂ ਜੰਗ ਦੇ ਮੈਦਾਨ ਵਿੱਚ ਤੋਰ ਦਿੱਤਾ? ਅੱਜ ਮੈਂ ਪਿੱਛੇ ਰਹਿ ਗਿਆ, ਅੱਜ ਮੈਨੂੰ ਕਿਉਂ ਨਹੀਂ ਤੋਰਿਆ? ਕਹਿਣ ਲੱਗੇ ਮੈਨੂੰ ਆਗਿਆ ਦਿਓ, ਜਿਵੇਂ ਮੇਰਾ ਵੱਡਾ ਵੀਰ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਇਆ ਨਾ, ਮੈਂ ਵੀ ਜੰਗ ਲੜਨੀ ਚਾਹੁੰਦਾ ਹਾਂ, ਮੈਨੂੰ ਵੀ ਆਗਿਆ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੁਝਾਰ ਸਿੰਘ ਤੈਨੂੰ ਅਜੇ ਲੜਨਾ ਨਹੀਂ ਆਉਂਦਾ, ਤੈਨੂੰ ਤਲਵਾਰ ਚੰਗੀ ਤਰ੍ਹਾਂ ਠੀਕ ਤਰ੍ਹਾਂ ਚਲਾਉਣੀ ਨਹੀਂ ਆਉਂਦੀ, ਤੈਨੂੰ ਜੰਗ ਦੇ ਮੈਦਾਨ ਵਿੱਚ ਜੂਝਣਾ ਨਹੀਂ ਆਉਂਦਾ ਜੀ। ਤੇ ਅੱਗੋਂ ਬਾਬਾ ਜੁਝਾਰ ਸਿੰਘ ਨੇ ਆਖਿਆ, ਗੁਰੂ ਪਿਤਾ ਜੀ ਜੇ ਮੈਨੂੰ ਲੜਨਾ ਨਹੀਂ ਆਉਂਦਾ, ਤਲਵਾਰ ਚਲਾਉਣੀ ਨਹੀਂ ਆਉਂਦੀ, ਦੁਸ਼ਮਣ ਦੇ ਵਾਰ ਸਰੀਰ ਤੇ ਸਹਿਣੇ ਤਾਂ ਆਉਂਦੇ ਆ ਨਾ, ਲੜਨਾ ਨਹੀਂ ਆਉਂਦਾ ਪਿਤਾ ਜੀ, ਪਰ ਮੈਨੂੰ ਮਰਨਾ ਤਾਂ ਆਉਂਦਾ, ਪਰ ਮੇਰੇ ਵੀਰੇ ਨਾਲੋਂ ਮੈਨੂੰ ਵਿਛੋੜੋ ਨਾ, ਮੈਨੂੰ ਆਗਿਆ ਦੇ ਦਿਓ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹੈ। ਮਹਾਰਾਜ ਬਹੁਤ ਖੁਸ਼ ਹੋਏ। ਹੁਣ ਫਿਰ ਖਾਲਸਾ ਆਇਆ, ਮਹਾਰਾਜ ਨੂੰ ਬੇਨਤੀਆਂ ਕਰਦੇ, ਮਹਾਰਾਜ ਇੱਕ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ, ਦੋਹਾਂ ਦਾ ਪਤਾ ਨਹੀਂ ਕਿੱਥੇ ਆ। ਮਹਾਰਾਜ ਇੱਕੋ ਹੀ ਆ ਤੁਹਾਡੇ ਕੋਲ, ਇੱਕ ਤਾਂ ਰੱਖ ਲਓ ਮਹਾਰਾਜ, ਇੱਕ ਤਾਂ ਰੱਖੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ, ਇਹਨਾਂ ਨਾਲੋਂ ਵੱਧ ਪਿਆਰੇ ਤੁਸੀਂ ਆ ਮੈਨੂੰ, ਤੁਸੀਂ ਇਹਨਾਂ ਨਾਲੋਂ ਵੱਧ ਪਿਆਰੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਕਹਿੰਦੇ, ਜੁਝਾਰ ਸਿੰਘ ਦੇ ਸੀਸ ਤੇ ਆਪ ਦਸਤਾਰ ਸਜਾਈ ਪੂਰੀ ਕੱਸ ਕੇ। ਬਾਬਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵੱਲ ਤੋਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਕਰ ਰਹੇ, ਕਮਰ ਕਸਾਬ ਕੀਤਾ ਹੈ ਤੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਨੇ। ਮਹਾਰਾਜ ਕਹਿੰਦੇ, ਜੁਝਾਰ ਸਿੰਘ ਅੱਜ ਜਦੋਂ ਪੁੱਤ ਦਾ ਵਿਆਹ ਹੋਵੇ ਨਾ ਤੇ ਮਾਂ ਨੂੰ ਚਾਅ ਬੜਾ ਹੁੰਦਾ ਹੈ, ਅੱਜ ਤੂੰ ਵੀ ਲਾੜੀ ਮੌਤ ਨੂੰ ਵਿਆਹੁਣ ਚੱਲਣਾ ਹੈ, ਜੰਗ ਦੇ ਮੈਦਾਨ ਵਿੱਚ ਜਾਣਾ ਹੈ, ਤੇਰਾ ਵਿਆਹ ਅੱਜ ਮੌਤ ਨਾਲ ਹੋ ਜਾਣਾ ਹੈ, ਪਰ ਅੱਜ ਤੇਰੇ ਕੋਲ ਤੇਰੀ ਮਾਂ ਨਹੀਂ ਹੈ। ਮਾਂ ਹੁੰਦੀ ਉਹਨੂੰ ਵੀ ਚਾਅ ਹੁੰਦਾ। ਮਾਤਾ ਜੀਤਾਂ ਜੀ ਦਾ ਸਪੁੱਤਰ ਹੈ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ। ਮਾਤਾ ਜੀਤਾਂ ਜੀ ਦੇ 3 ਸਾਹਿਬਜ਼ਾਦੇ ਨੇ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ।
ਤੇ ਬਾਬਾ ਫਤਿਹ ਸਿੰਘ ਜੀ 3 ਸਾਲਾਂ ਦੇ ਸੀ ਜਦੋਂ ਮਾਤਾ ਜੀਤਾ ਜੀ ਛੱਡ ਕੇ ਚਲੇ ਗਏ ਸੀ ਇਸ ਦੁਨੀਆ ਤੋਂ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਨੇ, ਕਹਿੰਦੇ ਜੁਝਾਰ ਸਿੰਘ ਅੱਜ ਤੇਰਾ ਪਿਓ ਵੀ ਮੈਂ ਆ ਤੇ ਤੇਰੀ ਮਾਂ ਵੀ ਮੈਂ ਹਾਂ। ਨਾਲੇ ਮਹਾਰਾਜ ਜੁਝਾਰ ਸਿੰਘ ਦੇ ਮੁਖ ਤੇ ਆਪਣੇ ਕੋਮਲ ਹੱਥ ਫੇਰਦੇ ਨੇ। ਦੇਖੋ ਕਿਤੇ ਮਹਾਰਾਜ ਪਿਆਰ ਕਰਦੇ ਹੋਣਗੇ, ਥੋੜਾ ਪਿਆਰ ਕੀਤਾ ਕਿਤੇ ਸਾਹਿਬਜ਼ਾਦਿਆਂ ਨੂੰ। ਸਾਹਿਬਜ਼ਾਦਿਆਂ ਨੂੰ ਗਲਵੱਕੜੀ 'ਚ ਵੀ ਲੈਂਦੇ ਹੋਣਗੇ, ਗੋਦੀ 'ਚ ਲੈ ਕੇ ਵੀ ਬਹਿੰਦੇ ਹੋਣਗੇ, ਪਰ ਅੱਜ ਜੰਗ ਦੇ ਮੈਦਾਨ ਵਿੱਚ ਤੋਰਨ ਦੀ ਵਾਰੀ ਆਈ ਤੇ ਪੁੱਤਰਾਂ ਨੂੰ ਲੁਕੋ ਕੇ ਨਹੀਂ ਰੱਖਿਆ ਮਹਾਰਾਜ ਨੇ। ਕਮਰ ਕੱਸਾ ਆਪ ਕੀਤਾ, ਨਾਲ ਪਿਆਰ ਦੀਆਂ ਬਾਤਾਂ ਪਾ ਰਹੇ ਨੇ। ਕਹਿੰਦੇ ਆਪ ਹੀ ਬਾਬਾ ਜੁਝਾਰ ਸਿੰਘ ਨੂੰ ਤਲਵਾਰ ਪਕੜਾਈ, ਬਾਬਾ ਜੁਝਾਰ ਸਿੰਘ ਦੇ ਕਮਰ ਕੱਸੇ ਦੇ ਵਿੱਚ ਖੰਜਰ ਆਪ ਟੰਗੀ। ਸਾਰੇ ਪੁੱਤਰਾਂ ਵਾਲੇ ਆ, ਕਿਤੇ ਸੁਣਨ ਤੱਕ ਨਾ ਰਹਿ ਜਾਈਏ, ਯਾਦ ਕਰਕੇ ਦੇਖਿਓ ਜੀ। ਮਾਫ ਕਰਿਓ, ਅੱਜ ਜਦੋਂ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣੇ ਆ ਨਾ, ਗੁਰਮੁਖੋ ਬਹੁਤੇ ਸ਼ਹੀਦੀ ਦਿਹਾੜਾ ਬੜੇ ਚਾਅ ਨਾਲ ਮਨਾਉਂਦੇ ਆ। ਬਹੁਤੀਆਂ ਥਾਵਾਂ 'ਤੇ ਦੇਖਿਆ ਜਾਂਦਾ। ਮੈਂ SGPC ਦਾ ਧੰਨਵਾਦ ਕਰਾਂ ਜਿਨ੍ਹਾਂ ਨੇ 15 ਤਰੀਕ ਨੂੰ ਸਮੁੰਦਰੀ ਹਾਲ ਦਫ਼ਤਰ ਦੇ ਵਿੱਚੋਂ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਵੀ ਸ਼ਹੀਦਾਂ ਦੀ ਯਾਦ ਮਨਾਈ ਜਾਵੇ ਉੱਥੇ ਕੇਵਲ ਦਾਲ ਪ੍ਰਸ਼ਾਦਾ ਹੀ ਵਰਤਾਇਆ ਜਾਏ। ਕਿਸੇ ਵੀ ਧਾਰਮਿਕ ਸਮਾਗਮ 'ਤੇ ਕਿਸੇ ਨੂੰ ਸਰੋਪਾ ਨਾ ਦਿੱਤਾ ਜਾਏ ਜਿੰਨਾ ਚਿਰ ਸ਼ਹੀਦੀ ਦਿਹਾੜੇ ਚੱਲਦੇ ਨੇ। ਧੰਨਵਾਦ ਹੈ ਉਹਨਾਂ ਦਾ। ਪਰ ਉਹਨਾਂ ਦੇ ਉਸ ਹੁਕਮ ਨੂੰ, ਜੋ ਸਾਡੇ ਕੇਂਦਰੀ ਸਥਾਨ ਤੋਂ ਹੁਕਮ ਆਇਆ ਹੈ, ਉਹਨੂੰ ਮੰਨਣਾ ਸਾਡਾ ਫਰਜ਼ ਹੈ। ਪਰ ਜੀ ਅੱਜ ਅਸੀਂ ਸ਼ਹੀਦੀ ਦਿਹਾੜੇ ਤਾਂ ਮਨਾਉਂਦੇ ਹਾਂ, ਪਰ ਸਾਨੂੰ ਬੜਾ ਚਾਅ ਹੁੰਦਾ ਹੈ ਵੀ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਫਿਰ ਕਿਧਰੇ ਮਠਿਆਈਆਂ ਬਣਦੀਆਂ ਪਈਆਂ, ਕਿਧਰੇ ਜਲੇਬੀਆਂ ਬਣਦੀਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਆ। ਜੇ ਕਿਤੇ ਢਾਡੀ ਲੱਗੇ ਹੋਣ, ਕਵੀਸ਼ਰ ਲੱਗੇ ਹੋਣ, ਰਾਗੀ ਸੰਕੀਰਤਨ ਕਰਦੇ ਹੋਣ, ਇਤਿਹਾਸ ਸੁਣਾਉਂਦੇ ਹੋਣ, ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਂਦੇ ਹੋਣ ਨਾ, ਅਸੀਂ ਸੁਣਨ ਨੂੰ ਤਿਆਰ ਨਹੀਂ। ਸਾਡੀ ਕੌਮ ਦਾ ਇਕੱਠ ਗੁਰੂ ਦਰਬਾਰ ਵਿੱਚ ਨਹੀਂ, ਸਾਡੀ ਕੌਮ ਦਾ ਇਕੱਠ ਲੰਗਰਾਂ 'ਚ ਹੁੰਦਾ ਹੈ। ਮੁਬਾਰਕ ਹੈ ਉਹਨਾਂ ਵੀਰਾਂ ਨੂੰ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਚਮਕੌਰ ਸਾਹਿਬ ਜਾਂਦੇ ਨੇ, ਮਾਛੀਵਾੜਾ ਸਾਹਿਬ ਜਾਂਦੇ ਨੇ, ਸਰਹੰਦ ਫਤਿਹਗੜ੍ਹ ਸਾਹਿਬ ਜਾਂਦੇ ਨੇ। ਕਿਉਂਕਿ ਪਹਿਲਾ ਜੋੜ ਮੇਲਾ ਚਮਕੌਰ ਸਾਹਿਬ ਦੀ ਧਰਤੀ 'ਤੇ, ਪਹਿਲਾਂ ਅਨੰਦਪੁਰ ਸਾਹਿਬ, ਫਿਰ ਚਮਕੌਰ ਸਾਹਿਬ, ਫਿਰ ਮਾਛੀਵਾੜਾ ਸਾਹਿਬ ਜੋੜ ਮੇਲਾ ਹੁੰਦਾ, ਅਤੇ ਉਸ ਤੋਂ ਬਾਅਦ ਹੁਣ ਫਤਿਹਗੜ੍ਹ ਸਰਹੰਦ ਸਾਹਿਬ। ਸੋ ਜਿਹੜੇ ਜਾਂਦੇ ਆ ਠੀਕ ਹੈ, ਚੰਗੀ ਗੱਲ ਹੈ, ਪਰ ਇਹ ਵੀ ਬਹੁਤੇ ਚਾਅ ਨਾਲ ਜਾਂਦੇ ਨੇ। ਕਈ ਟਰੈਕਟਰਾਂ 'ਤੇ ਉੱਚੀ ਉੱਚੀ ਗਾਣੇ ਵਜਾਉਂਦੇ ਜਾਂਦੇ ਨੇ। ਫਿਰ ਕਈ ਵਾਰ ਮੀਡੀਆ ਵਾਲੇ ਉੱਥੇ ਸਾਡੇ ਸਾਹਮਣੇ ਕੈਮਰੇ ਲੈ ਕੇ ਆ ਜਾਂਦੇ ਨੇ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਕੌਣ ਸੀ, ਸਾਨੂੰ ਪਤਾ ਹੀ ਨਹੀਂ ਕੌਣ ਸੀ। ਬਾਬਾ ਫਤਿਹ ਸਿੰਘ ਕੌਣ ਸੀ, ਬਾਬਾ ਫਤਿਹ ਸਿੰਘ ਦੀ ਮਾਤਾ ਦਾ ਕੀ ਨਾਂ ਸੀ, ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਸੀ, ਕਿਵੇਂ ਸ਼ਹੀਦ ਹੋਏ, ਉਹ ਸਾਨੂੰ ਪਤਾ ਹੀ ਨਹੀਂ ਹੁੰਦਾ। ਕਿਉਂਕਿ ਗੁਰਮੁਖੋ ਸਾਡਾ ਇੱਧਰਲੇ ਪਾਸੇ ਧਿਆਨ ਨਹੀਂ, ਸਾਡਾ ਧਿਆਨ ਤਾਂ ਲੰਗਰਾਂ 'ਚ ਹੈ। ਇੰਨਾ ਕੁ ਅਸੀਂ ਜ਼ੋਰ ਦਿੰਦੇ ਇਹਨਾਂ ਲੰਗਰਾਂ 'ਤੇ, ਇੰਨਾ ਕੁ ਜ਼ੋਰ ਦਿੰਦੇ ਹਾਂ ਕਿ ਅਸੀਂ ਰੱਜਿਆਂ ਨੂੰ ਰਜਾਉਣੇ ਆ। ਸੇਵਾ ਕੀ ਹੁੰਦੀ ਹੈ? ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ, ਇਹਨੂੰ ਸੇਵਾ ਕਹਿੰਦੇ ਆ।
ਜਿਹੜਾ ਬੰਦਾ ਫੋਰਚੂਨਰ ਗੱਡੀ 'ਚ ਬੈਠਾ ਹੈ, BMW 'ਚ ਬੈਠਾ ਹੈ, ਜਿਹੜਾ ਬੰਦਾ 50 ਲੱਖ ਵਾਲੀ ਗੱਡੀ 'ਚ ਬੈਠਾ ਹੈ, ਉਹਨੂੰ ਅਸੀਂ ਸੜਕ 'ਤੇ ਟਾਇਰ ਰੱਖ ਕੇ ਰੋਕ ਕੇ ਕਹਿੰਦੇ ਲੰਗਰ ਛਕ ਕੇ ਜਾਈ, ਉਹ ਕੋਈ ਨਹੀਂ ਛਕਦਾ। ਧੱਕੇ ਨਾਲ ਰੋਕਦੇ ਹਾਂ। ਅਗਲਾ ਕਹਿੰਦਾ ਨਹੀਂ ਜੀ ਛਕਿਆ, ਅਤੇ ਅਸੀਂ ਫਿਰ ਰੋਕਦੇ ਹਾਂ, ਨਹੀਂ ਛਕ ਕੇ ਜਾ। ਇੱਕ ਉਹ ਹੈ ਜਿਹੜੇ ਵਿਚਾਰੇ ਝੁੱਗੀਆਂ ਪਾ ਕੇ ਬੈਠੇ ਹੈ, ਛੱਪਰੀਆਂ ਪਾ ਕੇ ਬੈਠੇ, ਜਿਨ੍ਹਾਂ ਨੂੰ ਪ੍ਰਸ਼ਾਦਾ ਮੰਗ ਕੇ ਛਕਣਾ ਪੈਂਦਾ। ਇੱਕ ਨੂੰ ਅਸੀਂ ਧੱਕੇ ਨਾਲ ਖਵਾ ਰਹੇ ਹਾਂ। ਅਸੀਂ ਲੰਗਰ ਲਾ ਕੇ ਆਪਣੇ ਆਪ ਨੂੰ ਮਹਾਨ ਵੱਡਾ ਕਹਿੰਦੇ ਹਾਂ। ਰਹੋ ਵਿਚਾਰ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਾਬਾ ਜੁਝਾਰ ਸਿੰਘ ਨੂੰ ਤਿਆਰ ਕੀਤਾ। ਤਿਆਰ ਕਰਕੇ ਤੇ ਮਹਾਰਾਜ ਬਾਬਾ ਜੁਝਾਰ ਸਿੰਘ ਨੂੰ 7 ਸਿੰਘ ਨਾਲ ਦੇ ਕੇ, ਜਥਾ ਬਣਾ ਕੇ, ਥਾਪੜਾ ਦੇ ਕੇ ਚਮਕੌਰ ਦੀ ਗੜੀ ਤੋਂ ਤੋਰਦੇ ਨੇ ਤੇ ਆਪ ਮਹਾਰਾਜ ਚਮਕੌਰ ਦੀ ਗੜੀ ਦੇ ਉੱਪਰ ਚੜ੍ਹ ਜਾਂਦੇ ਨੇ। ਤੇ ਤੁਰਨ ਲੱਗੇ ਬਾਬਾ ਜੁਝਾਰ ਸਿੰਘ ਨੂੰ ਆਖਿਆ ਸੀ, ਜੁਝਾਰ ਸਿੰਘ ਇੱਥੋਂ ਤੱਕ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੁਝਾਰ ਸਿੰਘ ਦੀ ਛਾਤੀ ਗਿੱਠਾ ਨਾ ਮਿਣ ਕੇ ਤੋਰਿਆ ਕਿ ਜੁਝਾਰ ਸਿੰਘ ਤੇਰੀ ਛਾਤੀ ਬਥੇਰੀ ਚੌੜੀ ਆ, ਬਥੇਰੇ ਤੀਰ ਇਹਦੇ 'ਚ ਸਮਾ ਜਾਣਗੇ। ਤੇ ਆਖਿਆ ਜਦੋਂ ਸ਼ਹੀਦੀ ਪਾਉਣੀ ਹੈ ਨਾ, ਜਦੋਂ ਸ਼ਹੀਦ ਹੋਣਾ ਹੈ, ਫੱਟ ਲੱਗ ਜਾਣ ਤੇ ਇੱਕ ਵਾਰ ਮੇਰੇ ਵੱਲ ਮੁੱਖ ਜ਼ਰੂਰ ਕਰ ਦੇਈਂ, ਮੈਂ ਵੇਖਾਂ ਕਿ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਏ ਆ, ਜੇ ਤੈਨੂੰ ਚੇਤਾ ਰਵੇ। ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਤੋਂ ਬਾਹਰ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਉੱਪਰ ਚੜ੍ਹ ਜਾਂਦੇ ਨੇ। ਤੇ ਜਦੋਂ ਚਮਕੌਰ ਦੀ ਗੜੀ ਦੇ ਉੱਪਰ ਚੜ੍ਹਦੇ ਨੇ, ਮਹਾਰਾਜ ਸਿੰਘਾਂ ਨੂੰ ਕਹਿੰਦੇ ਮੇਰਾ ਭੱਥਾ ਤੀਰਾਂ ਨਾਲ ਭਰ ਦਿਓ। ਥੋੜ੍ਹੇ ਹੀ ਰਹਿੰਦੇ ਸੀ ਤੀਰ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੇ ਖੜ ਕੇ ਤੀਰਾਂ ਦੀ ਵਰਖਾ ਦੁਸ਼ਮਣ ਤੇ ਕਰਦੇ ਆ। ਤੀਰਾਂ ਦੀ ਛਾਵੇਂ ਛਾਵੇਂ ਬਾਬਾ ਜੁਝਾਰ ਸਿੰਘ ਅੱਗੇ ਵੱਧਦੇ ਆ। ਕਹਿੰਦੇ ਨੇ ਜੁਝਾਰ ਸਿੰਘ ਨੂੰ ਉੱਥੇ ਭੇਜਣਾ ਹੈ ਜਿੱਥੇ ਅਜੀਤ ਸਿੰਘ ਗਿਆ ਸੀ, ਦੁਸ਼ਮਣ ਦੇ ਵਿਚਾਲੇ ਜਾ ਵੜਿਆ ਸੀ। ਤੀਰਾਂ ਦੀ ਛਾਵੇਂ ਛਾਵੇਂ ਮਹਾਰਾਜ ਤੀਰਾਂ ਦੀ ਵਰਖਾ ਕਰਦੇ ਰਹੇ। ਦੁਸ਼ਮਣ ਡਿੱਗਦੇ ਗਏ, ਮਰਦੇ ਗਏ ਤੇ ਬਾਬਾ ਜੁਝਾਰ ਸਿੰਘ ਅੱਗੇ ਵੱਧਦੇ ਗਏ। ਬਹੁਤ ਜੌਹਰ ਵਿਖਾਏ ਬਾਬਾ ਜੁਝਾਰ ਸਿੰਘ ਨੇ। ਲੜਦਿਆਂ ਲੜਦਿਆਂ ਬਾਬਾ ਜੁਝਾਰ ਸਿੰਘ ਨੂੰ ਅਨੇਕਾਂ ਫੱਟ ਲੱਗ ਗਏ। ਜਦੋਂ ਸ਼ਹੀਦ ਹੋਣਾ ਹੈ ਨਾ ਤੇ ਯਾਦ ਆਇਆ, ਗੁਰੂ ਜੀ ਨੇ ਆਖਿਆ ਸੀ ਮੇਰੇ ਵੱਲ ਮੁੱਖ ਕਰੀ। ਸਰੀਰ ਤੇ ਅਨੇਕਾਂ ਤੀਰ ਲੱਗੇ ਨੇ ਤੇ ਬਾਬਾ ਜੁਝਾਰ ਸਿੰਘ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਲ ਨੂੰ ਮੁੱਖ ਕਰਕੇ ਤੇ ਦੋਵੇਂ ਹੱਥ ਜੋੜ ਦਿੰਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਆਵਾਜ਼ ਵਿੱਚ ਜੁਕਾਰਾ ਛੱਡ ਦਿੰਦੇ ਆ ਨਾ ਤੇ ਬਾਬਾ ਜੁਝਾਰ ਸਿੰਘ ਉਧਰੋਂ ਸ਼ਹੀਦ ਹੋ ਜਾਂਦੇ ਆ। ਕਿੱਡਾ ਵੱਡਾ ਜਿਗਰਾ ਹੋਏਗਾ ਕਲਗੀਆਂ ਵਾਲੇ ਬਾਪੂ ਦਾ। ਅੱਖਾਂ ਦੇ ਸਾਹਮਣੇ ਇੱਕ ਪੁੱਤ ਪਹਿਲਾਂ ਸ਼ਹੀਦ ਹੋਇਆ, ਇੱਕ ਫਿਰ ਸ਼ਹੀਦ ਹੋ ਗਿਆ। ਧੰਨ ਕਲਗੀਆਂ ਵਾਲਾ ਬਾਪੂ ਜਿਹਨੇ ਸਭ ਕੁਝ ਆਪਣੇ ਪਿੰਡੇ ਤੇ ਹੰਢਾ ਲਿਆ। ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਇਹ ਕਹਾਣੀ, ਇਹ ਇਤਿਹਾਸ ਸੁਣਾਉਣਾ ਬੜਾ ਔਖਾ ਲੱਗਦਾ ਹੈ, ਸੁਣਾਇਆ ਨਹੀਂ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜੈਕਾਰਾ ਤਾਂ ਛੱਡਿਆ, ਚਮਕੌਰ ਦੀ ਗੜੀ ਤੇ ਖੜ ਕੇ ਉੱਚੀ ਆਵਾਜ਼ ਵਿੱਚ ਮਹਾਰਾਜ ਨੇ ਆਖਿਆ ਬੋਲੇ ਸੋ ਨਿਹਾਲ, ਪਰ ਪਿੱਛੋਂ ਆਵਾਜ਼ ਨਾ ਆਈ। ਸਿੰਘ ਨਹੀਂ ਬੋਲੇ, ਕੋਈ ਬੋਲ ਹੀ ਨਾ ਸਕਿਆ। ਹੁਣ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਮੁਸਕਰਾਉਂਦੇ ਹੋਏ ਹੇਠਾਂ ਉਤਰੇ ਆ। ਜਦੋਂ ਹੇਠਾਂ ਉਤਰੇ ਨਾ ਤੇ ਆਖਿਆ ਹੁਣ 5ਵਾਂ ਜੱਥਾ ਜਾਣਾ ਹੈ ਤੇ ਉਸ ਜੱਥੇ ਦੀ ਅਗਵਾਈ ਮੈਂ ਕਰਾਂਗਾ।
ਸਾਰਿਆਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਨਹੀਂ, ਤੁਸੀਂ ਨਹੀਂ ਜਾਣਾ। ਮਹਾਰਾਜ ਕਹਿੰਦੇ ਮੈਂ ਜਾਣਾ ਹੈ ਜੰਗ ਦੇ ਮੈਦਾਨ ਵਿੱਚ। ਕਹਿੰਦੇ ਮਹਾਰਾਜ ਨੇ ਹੱਠ ਕਰ ਲਿਆ, ਮੈਂ ਜਾਣਾ ਹੈ। ਭਾਈ ਦਇਆ ਸਿੰਘ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਜੰਗ ਦੇ ਮੈਦਾਨ ਵਿੱਚ ਚਲੇ ਜਾਓਗੇ, ਸਾਡੇ ਕੋਲੋਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਬਣਨਾ ਨਹੀਂ। ਅਸੀਂ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੇ, ਸਾਨੂੰ ਗੁਰੂ ਨਹੀਂ ਮਿਲੇਗਾ। ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਜਾਈਏ। ਤੁਸੀਂ ਹੋਵੋਗੇ ਤਾਂ ਮੇਰੇ ਵਰਗੇ ਦਇਆ ਸਿੰਘ ਤੁਸੀਂ ਲੱਖਾਂ ਹੀ ਬਣਾ ਲਓਗੇ, ਪਰ ਸਾਡੇ ਤੋਂ ਇੱਕ ਗੁਰੂ ਨਹੀਂ ਬਣਨਾ, ਸਾਨੂੰ ਆਗਿਆ ਦਿਓ। ਮਹਾਰਾਜ ਨੇ ਹੱਠ ਕੀਤਾ, ਨਹੀਂ ਜਾਣਾ ਹੈ। ਬੇਨਤੀ ਨਾ ਮੰਨੀ। ਫਿਰ ਖਾਲਸੇ ਨੇ ਇੱਕ ਸਕੀਮ ਘੜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਇੱਕ ਗੱਲ ਕਹੀ ਸੀ ਕਿ ਜਦੋਂ 5 ਜਾਣੇ ਇਕੱਠੇ ਹੋ ਕੇ ਗੱਲ ਕਹਿਣ, ਉਹ ਬੇਨਤੀ ਨਹੀਂ, ਉਹ ਹੁਕਮ ਹੁੰਦਾ ਹੈ। ਤੇ ਜਦੋਂ 5 ਜਾਣੇ ਹੁਕਮ ਕਰਦੇ ਨਾ, 5 ਸਿੰਘ ਇਕੱਠੇ ਹੋਣ ਅੰਮ੍ਰਿਤਧਾਰੀ, 5 ਨੇ ਹੁਕਮ ਕਰ ਦਿੱਤਾ ਤੇ ਉਹਨੂੰ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਮਾਨ ਸਿੰਘ, 5 ਨੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਹੁਣ ਹੱਥ ਨਹੀਂ ਜੇ ਜੋੜੇ। ਕਹਿਣ ਲੱਗੇ ਮਹਾਰਾਜ ਸਾਡਾ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਹੈ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਓਗੇ। ਹੁਣ ਅਸੀਂ ਬੇਨਤੀ ਨਹੀਂ ਕਰਦੇ ਤੁਹਾਨੂੰ, ਹੁਣ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਓਗੇ। ਤੁਸੀਂ ਇਹ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋਏ ਸੀ, ਬਿਲਕੁਲ ਹਨੇਰਾ ਹੋ ਗਿਆ ਸੀ, ਸ਼ਾਮ ਪੈ ਗਈ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਮੰਨਣਾ ਪੈ ਗਿਆ। ਫਿਰ 7 ਵਚਨ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਭਾਈ ਸੰਗਤ ਸਿੰਘ ਜੀ, ਉਹਨਾਂ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਮਿਲਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸੰਗਤ ਸਿੰਘ ਦੇ ਸੀਸ ਤੇ ਕਲਗੀ ਸਜਾ ਦਿੱਤੀ, ਗੁਰੂ ਗੋਬਿੰਦ ਸਿੰਘ ਵਾਲੇ ਵਸਤਰ ਪਹਿਨਾ ਦਿੱਤੇ ਵੀ ਦੁਸ਼ਮਣ ਨੂੰ ਭੁਲੇਖਾ ਪਵੇ ਵੀ ਗੁਰੂ ਅਜੇ ਅੰਦਰ ਹੀ ਹੈ। ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡ ਕੇ ਜਾਣ ਦਾ ਫੈਸਲਾ ਜਿਹੜਾ ਸੀ ਉਹ ਪ੍ਰਵਾਨ ਕਰ ਲਿਆ, ਹੁਕਮ ਹੋ ਗਿਆ ਸੀ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, 3 ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਚਮਕੌਰ ਦੀ ਗੜੀ ਤੋਂ ਅੱਧੀ ਰਾਤ ਨੂੰ ਬਾਹਰ ਨਿਕਲੇ ਨੇ। ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਨਾ, ਤੇ ਮਹਾਰਾਜ ਇਹ ਨਹੀਂ ਕਿ ਚੋਰੀ ਗਏ। ਤੇ ਅੱਧੀ ਰਾਤ ਨੂੰ ਜਿਹੜੀ ਫੌਜ ਸੀ, ਸ਼ਾਹੀ ਫੌਜ, ਮੁਗਲ ਫੌਜ, ਉਹ ਸਾਰੇ ਦਿਨ ਦੇ ਜੰਗ ਲੜਦੇ ਲੜਦੇ ਥੱਕੇ ਹੁੰਦੇ ਸੀ। ਰਾਤ ਨੂੰ ਸ਼ਰਾਬਾਂ ਸ਼ਰੂਬਾਂ ਪੀ ਕੇ ਉਹ ਆਪੋ ਆਪਣੇ ਤੰਬੂਆਂ 'ਚ ਸੌਂ ਜਾਂਦੇ ਸੀ ਵੀ ਕੱਲ੍ਹ ਨੂੰ ਫੇਰ ਜੰਗ ਲੜਨੀ ਹੈ। ਇਹ ਰਾਤ ਨੂੰ ਜੰਗ ਤਾਂ ਨਹੀਂ ਲੜਦੇ ਸੀ ਕਿਉਂਕਿ ਰਾਤ ਨੂੰ ਇਹਨਾਂ ਦਾ ਆਪਦਾ ਨੁਕਸਾਨ ਵਾਲਾ ਹੋ ਜਾਂਦਾ ਸੀ, ਕਿਉਂਕਿ ਸਿੱਖ ਤਾਂ ਥੋੜ੍ਹੇ ਹੁੰਦੇ ਸੀ, ਸ਼ਾਹੀ ਫੌਜ ਜ਼ਿਆਦਾ ਸੀ। ਇਹ ਆਪ ਸਮੇਂ ਇੱਕ ਦੂਜੇ ਨੂੰ ਮਾਰ ਦਿੰਦੇ ਸੀ ਹਨੇਰੇ 'ਚ। ਇਸ ਕਰਕੇ ਇਹ ਰਾਤ ਨੂੰ ਜੰਗ ਨਹੀਂ ਲੜਦੇ ਸੀ, ਰਾਤ ਨੂੰ ਸੌਂ ਜਾਂਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਉਸ ਵੇਲੇ ਭਾਈ ਦਇਆ ਸਿੰਘ ਹੋਣਾ ਨੂੰ ਆਖਿਆ ਹੈ ਕਿ ਉਹ ਸਾਹਮਣੇ ਤਾਰਾ ਹੈ, ਅਸੀਂ ਉਸ ਤਾਰੇ ਦੀ ਸੇਧ ਚੱਲਾਂਗੇ। ਆਪਾਂ ਇੱਕ ਦੂਜੇ ਤੋਂ ਵਿਛੜ ਵੀ ਗਏ ਤੇ ਉਸ ਤਾਰੇ ਦੀ ਸੇਧ ਲੈ ਕੇ ਤੁਰੇ ਆਇਓ, ਅੱਗੇ ਜਾ ਕੇ ਇਕੱਠੇ ਹੋ ਜਾਵਾਂਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਜਦੋਂ ਬਾਹਰ ਨਿਕਲੇ ਨਾ, ਕਹਿੰਦੇ ਉਸ ਵੇਲੇ ਜਿਹੜਾ ਮੌਸਮ ਸੀ ਉਹ ਬੱਦਲਾਂ ਵਾਲਾ ਸੀ, ਬਿਜਲੀ
ਲਿਸ਼ਕਦੀ ਸੀ। ਇਵੇਂ ਕਿਸੇ ਕਵੀ ਨੇ ਆਖਿਆ, ਜਦੋਂ ਮਹਾਰਾਜ ਬਾਹਰ ਨਿਕਲੇ, ਬੱਦਲਾਂ 'ਚ ਬਿਜਲੀ ਝਮੱਕੇ ਸੀਗੀ ਮਾਰਦੀ, ਹੋਈ ਰੋਸ਼ਨਾਈ ਜਾਂ ਸੁਨਹਿਰੀ ਦਾਤਾਰ ਦੀ। ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਸਿੰਘਾਂ ਨੂੰ ਵੇਖਿਆ ਹੈ ਕਿ ਜੰਗ ਦੇ ਮੈਦਾਨ ਵਿੱਚ ਅਨੇਕਾਂ ਸਿੰਘ ਉਹ ਬਿਜਲੀ ਦੀ ਲਿਸ਼ਕ ਦੇ ਨਾਲ ਨਜ਼ਰ ਆਏ। ਜਦੋਂ ਨਜ਼ਰ ਆਏ ਤੇ ਦੇਖਿਆ ਕਿ ਕਈਆਂ ਦੇ ਕੇਸ ਖੁੱਲੇ ਨੇ, ਕਿਤੇ ਮੇਰੇ ਪੈਰ ਦਾ ਜੋੜਾ ਇਹਨਾਂ ਕੇਸਾਂ ਨੂੰ ਨਾ ਲੱਗ ਜਾਏ। ਇੰਨੀ ਕਦਰ ਮਹਾਰਾਜ ਕੇਸਾਂ ਦੀ ਕਰਦੇ ਨੇ, ਤੇ ਜਿਹੜੀ ਅਸੀਂ ਕਦਰ ਕਰਦੇ ਹਾਂ ਗੁਰਮੁਖ। ਸਾਡੇ ਪਿੰਡਾਂ 'ਚ ਭਾਈ ਨਹੀਂ ਆਵਾਜ਼ ਦੇ ਦਿੰਦਾ, ਵਾਲ ਵੇਚ ਲਓ 2000 ਰੁਪਏ ਕਿਲੋ, ਤੇ ਬੀਬੀਆਂ ਵਾਲ ਇਕੱਠੇ ਕਰੀ ਜਾਣਗੀਆਂ, ਉਹ ਕੰਘੀ ਵਾਲੇ ਵਾਲ, ਤੇ ਭਾਈ ਨੂੰ ਦੇ ਕੇ ਉਹਦੇ ਤੋਂ 100-50 ਰੁਪਈਆ ਲੈ ਲੈਂਦੇ। ਇੰਨਾ ਕੀ ਮੁੱਲ ਹੈ ਬਸ ਸਿੱਖੀ ਦਾ। ਇਹ ਸਿੱਖੀ ਬੜੀ ਮਹਿੰਗੀ ਹੈ। ਇਹ 2000 ਰੁਪਏ ਕਿਲੋ। ਉਹ ਵਾਲਾਂ ਵਾਲੇ ਨੂੰ ਕੇਸ ਨਾ ਵੇਚਿਆ ਕਰੋ, ਸਾਂਭੀ ਜਾਇਆ ਕਰੋ। ਇੱਕ ਦਿਨ ਲੱਕੜੀਆਂ 'ਤੇ ਰੱਖ ਕੇ ਇਹਨਾਂ ਕੇਸਾਂ ਦਾ ਸੰਸਕਾਰ ਕਰਿਆ ਕਰੋ, ਜਿਹੜੇ ਕੰਘੀ ਵਾਲੇ ਕੇਸ ਹੁੰਦੇ ਨੇ। ਰਹੋ ਵਿਚਾਰ। ਮਹਾਰਾਜ ਨੇ ਸੋਚਿਆ ਕਿ ਪੈਰਾਂ ਦਾ ਜੋੜਾ ਨਾ ਲੱਗ ਜਾਏ। ਠੰਡ ਦੀ ਪਰਵਾਹ ਨਹੀਂ ਕੀਤੀ, ਮਹਾਰਾਜ ਨੇ ਪੈਰਾਂ ਦਾ ਜੋੜਾ ਲਾਹ ਦਿੱਤਾ, ਤੇ ਚਮਕੌਰ ਦੀ ਗੜੀ ਤੋਂ ਹੁਣ ਬਾਹਰ ਖੜੇ ਨੇ, ਤੇ ਉੱਚੀ ਆਵਾਜ਼ ਵਿੱਚ ਆਖਿਆ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਨਾਲ ਦੋਵਾਂ ਹੱਥਾਂ ਨਾਲ ਪੂਰੇ ਜ਼ੋਰ ਨਾਲ ਮਹਾਰਾਜ ਨੇ ਤਾੜੀ ਮਾਰੀ। ਚਮਕੌਰ ਦੀ ਗੜੀ ਤੋਂ ਬਾਹਰ ਆ ਕੇ ਮਹਾਰਾਜ ਤਾੜੀ ਮਾਰ ਕੇ ਚਮਕੌਰ ਦੀ ਗੜੀ ਤੋਂ ਨਿਕਲਿਆ। ਚੋਰੀ ਨਹੀਂ ਨਿਕਲੇ, ਉੱਚੀ ਆਵਾਜ਼ ਵਿੱਚ ਕਹਿ ਕੇ ਨਿਕਲੇ, ਗੁਰੂ ਦਾ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਰੋਕ ਲਓ। ਇਹਨੇ ਨੂੰ ਦੁਸ਼ਮਣ ਦੇ ਵਿੱਚ ਭੱਜ ਦੌੜ ਪੈ ਗਈ, ਹਿਲ ਜੁਲ ਹੋ ਗਈ ਸੀ। ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਜੁਝਾਰ ਸਿੰਘ ਦੇ ਸਰੀਰ ਦੇ ਕੋਲੋਂ ਦੀ ਕਿਵੇਂ ਲੰਘਦੇ ਆ, ਤੇ ਭਾਈ ਦਇਆ ਸਿੰਘ ਜੀ ਕੀ ਗੱਲਬਾਤ ਕਰਦੇ ਆ, ਆਪਾਂ ਕੱਲ੍ਹ ਨੂੰ ਇਸ ਤੋਂ ਅੱਗੇ ਇਤਿਹਾਸ ਦੀ ਲੜੀ ਜੋੜ ਲਾਂਗੇ ਜੀ। ਦਾਸ ਤੋਂ ਇਤਿਹਾਸ ਸਰਵਣ ਕਰਾਉਂਦੇ ਆ। ਇੱਕ ਨਹੀਂ, ਅਨੇਕਾਂ ਹੀ ਭੁੱਲਾਂ ਹੋਈਆਂ ਹੋਣੀਆਂ। ਗੁਰੂ ਔਰ ਗੁਰੂ ਜੀ ਦੀ ਸੰਗਤ ਬਖਸ਼ਣਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ।